ਹੈਲੋ, ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਨੇਪਟਲ ਆਨਲਾਈਨ ਸਰਟੀਫਿਕੇਸ਼ਨ ਕੋਰਸਿਸ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਮੋਡਿਊਲ ਨੰਬਰ 7 ਨੂੰ ਕਵਰ ਕਰ ਰਹੇ ਹਾਂ ਅਤੇ ਕੰਪਿਊਟਰ ਗ੍ਰਾਫਿਕਸ 2 ਬਾਰੇ ਸੰਖੇਪ ਜਾਣਕਾਰੀ ਲੈ ਰਹੇ ਹਾਂ। ਪਿਛਲੀ ਕਲਾਸ ਵਿੱਚ ਅਸੀਂ ਇਹਨਾਂ ਸਰਫੇਸ ਮਾਡਲਾਂ ਅਤੇ ਉਹਨਾਂ ਨੂੰ ਕੰਸਟਰਕਟ ਕਰਨ ਦੇ ਖਾਸ ਤੌਰ ਤੇ CAD ਸਾਫਟਵੇਅਰ ਨਾਲ ਸਰਫੇਸ ਕੰਸਟਰਕਟ ਕਰਨ ਦੇ 2 ਬੇਸਿਕ ਮੇਥਡ ਦੀ ਵਰਤੋਂ ਬਾਰੇ ਕੁਝ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਪਹਿਲਾ ਵਾਲਾ ਕਰਵ ਬਣਾਉਣ ਨਾਲ ਸ਼ੁਰੂ ਹੁੰਦਾ ਹੈ, ਜਿੱਥੋਂ 3D ਸਰਫੇਸ ਸਵੈਪਟ ਹੋ ਜਾਂਦੀਆਂ ਹਨ ਜਾਂ ਪੂਰੀਆਂ ਮੈਸ਼ਡ ਹੋ ਜਾਂਦੀਆਂ ਹਨ। ਦੂਜਾ ਇਸ ਸਰਫੇਸ ਪੋਲਜ਼ ਅਤੇ ਕੰਟਰੋਲ ਪੁਆਇੰਟਾਂ ਦੀ ਮੈਨੀਪੂਲੇਸ਼ਨ ਨਾਲ ਸਰਫੇਸ ਦੀ ਸਿੱਧੀ ਰਚਨਾ ਹੈ। ਅਤੇ ਇੱਕ ਕੰਪਿਊਟੇਸ਼ਨਲ ਫਾਇਦਾ, ਜਦੋਂ ਲੋਕ ਇਹਨਾਂ ਕੰਪਿਊਟਰਾਂ ਦੀ ਵਰਤੋਂ ਕਰਨਾ ਸ਼ੁਰੂ ਕਰਦੇ ਹਨ ਜਾਂ ਪੈਕੇਜਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਦੂਜਾ ਤਰੀਕਾ ਸਭ ਤੋਂ ਪਾਵਰਫੁਲ ਹੁੰਦਾ ਹੈ। ਕਿਉਂਕਿ ਤੁਹਾਡੇ ਕੋਲ ਅਲੱਗ-ਥਲੱਗ ਵੱਖਰੇ ਪੁਆਇੰਟ ਹੋਣਗੇ ਅਤੇ ਤੁਸੀਂ ਵੱਖ-ਵੱਖ ਕਾਈਂਡ ਦੀਆਂ ਕਰਵਾਂ ਦੀ ਵਰਤੋਂ ਕਰਕੇ ਸਰਫੇਸ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਿਸ ਰਾਹੀਂ ਅਸੀਂ ਪਿਛਲੀ ਕਲਾਸ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ। ਜੇ ਕਿ ਇਹ ਇੱਕ ਪਲੇਨ ਸਰਫੇਸ ਹੈ, ਜੇਕਰ ਤੁਹਾਡੇ ਸਾਰੇ ਡੇਟਾ ਪੁਆਇੰਟ ਇੱਕ ਸਿੰਗਲ ਪਲੇਨ ਤੇ ਹਨ, ਤਾਂ ਸਭ ਤੋਂ ਆਸਾਨ ਤਰੀਕਾ ਇਹਨਾਂ ਪੁਆਇੰਟਾਂ ਤੇ ਲਾਈਨਾਂ ਕੰਸਟਰਕਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਇਸ ਦੇ ਪੈਰਲਲ ਹੋਰ ਲਾਈਨਾਂ ਦੀ ਡਰਾਇੰਗ ਕੀਤੀ ਜਾਏ। ਇਹ ਉਹ ਤਰੀਕਾ ਹੈ ਜਿਸ ਨਾਲ ਕੋਈ ਸੱਚਮੁੱਚ ਸਰਫੇਸ ਕੰਸਟਰਕਟ ਕਰ ਸਕਦਾ ਹੈ। ਅਤੇ ਜੇਕਰ ਅਸੀਂ ਇਸ ਨੂੰ ਪੈਰਾਮੀਟ੍ਰਿਕ ਫਾਰਮ ਵਿੱਚ ਲਿਖ ਰਹੇ ਹਾਂ, ਤਾਂ ਤੁਹਾਡੇ ਕੰਪਿਊਟਰ ਸਾਫਟਵੇਅਰ ਦੇ ਬੈਕ-ਐਂਡ ਦਾ ਬੈਕਗ੍ਰਾਉਂਡ ਅਸਲ ਵਿੱਚ ਇਸ ਤਰੀਕੇ ਨਾਲ ਕੰਮ ਕਰਦਾ ਹੈ। ਇਹ ਵੱਖਰੇ-ਵੱਖਰੇ ਅਸਤਤ ਪੁਆਇੰਟ ਨੂੰ ਚੁਣਦਾ ਹੈ, ਇਸ ਨੂੰ ਇੰਟਰਪੋਲੇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਸਰਫੇਸ ਕੰਸਟਰਕਟ ਕਰਦਾ ਹੈ ਅਤੇ ਪੈਰਾਮੀਟ੍ਰਿਕ ਫਾਰਮ ਤੇ, ਜੇਕਰ ਤੁਹਾਡੇ ਕੋਲ ਪੁਆਇੰਟ P0, P1 ਅਤੇ P ਕਿਸੇ ਵੀ ਨਵੇਂ ਪੁਆਇੰਟ ਤੱਕ ਹੈ, ਤਾਂ ਸ਼ਾਇਦ P ਕੋਈ ਤੁਹਾਡੇ P0 ਪੁਆਇੰਟ P1 ਦੇ P0 ਨਾਲ ਭਿੰਨਤਾ ਦੇ ਰੂਪ ਵਿੱਚ ਕੰਸਟਰਕਟ ਕਰ ਸਕਦਾ ਹੈ। ਅਤੇ P ਨੂੰ P0 ਨਾਲ ਫਰਕ ਕਰਨਾ ਇਸ ਲਈ ਇੱਕ ਰੈਫਰੈਂਸ ਪੁਆਇੰਟ ਦੇ ਤੌਰ ਤੇ P0 ਇੱਕ ਹੋਰ ਪੁਆਇੰਟ ਲਵੇਗਾ P1, P2। ਇਸ ਲਈ ਅਸੀਂ ਹਮੇਸ਼ਾ ਇੱਕ ਪਲੇਨ ਸਰਫੇਸ ਕੰਸਟਰਕਟ ਕਰ ਸਕਦੇ ਹਾਂ ਜੋ ਇਹਨਾਂ 3 ਪੁਆਇੰਟਾਂ ਵਿੱਚੋਂ ਲੰਘ ਰਿਹਾ ਹੈ। 4 ਪੁਆਇੰਟ ਵਾਧੂ ਇਨਫੋਰਮੇਸ਼ਨ ਹੈ, ਪਰ 3 ਪੁਆਇੰਟ ਇੱਕ ਪਲੇਨ ਵਿੱਚੋਂ ਲੰਘਣ ਲਈ ਕਾਫੀ ਚੰਗੇ ਹਨ। ਅਤੇ ਸਰਫੇਸ ਦੇ ਨੋਰਮਲ ਲਈ ਜ਼ਰੂਰੀ ਨਹੀਂ ਹੈ ਕਿ ਇਹ ਤਿੰਨੇ ਪੁਆਇੰਟ X ਪਲੇਨ ਜਾਂ Y ਪਲੇਨ ਤੇ ਹੋਣ, ਪਰ ਇਹ ਵੱਖ-ਵੱਖ ਪਲੈਨਾਂ ਤੇ ਹੋ ਸਕਦੇ ਹਨ। ਇਹਨਾਂ XYZ ਵੱਖ-ਵੱਖ ਕਾਈਂਡ ਦੇ ਲੋਕੇਸ਼ਨ ਰਾਹੀਂ ਅਸੀਂ ਇੱਕ ਪਲੇਨ ਅਤੇ ਸਰਫੇਸ ਨੋਰਮਲ ਨੂੰ ਲੰਘਾ ਸਕਦੇ ਹਾਂ। ਜਦੋਂ ਤੁਸੀਂ ਇਸ ਨੂੰ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਡੇ P1, P0, P ਤੋਂ P0 ਪੁਆਇੰਟਾਂ ਕਰਾਸ ਪ੍ਰੋਡਕਟ ਅਤੇ ਉਹਨਾਂ ਦੇ ਨਾਰਮ ਅਨੁਸਾਰ ਦਿੱਤੇ ਜਾਣਗੇ। ਕੰਪਿਊਟਰ ਲੈਵਲ ਤੇ ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਸੌਫਟਵੇਅਰ ਤੇ ਕਲਿੱਕ ਕਰਦੇ ਹੋ, ਜਿਵੇਂ ਕਿ ਇਸ ਪੁਆਇੰਟ ਨੂੰ ਚੁਣੋ। ਇਹ ਪੁਆਇੰਟ ਹੋਰ ਪੁਆਇੰਟ ਲੈ ਲੈਂਦਾ ਹੈ ਅਤੇ ਤੁਹਾਡਾ ਸੌਫਟਵੇਅਰ ਇਸ ਇੰਟਰਪੋਲੇਸ਼ਨ ਨੂੰ ਉਹਨਾਂ ਪੁਆਇੰਟਾਂ ਦੇ ਵਿਚਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਸਰਫੇਸ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਰਫੇਸ ਇੱਕ ਪਲੇਨ ਸਰਫੇਸ ਹੋ ਸਕਦੀ ਹੈ ਜਾਂ ਇਹ ਕਰਵਡ ਸਰਫੇਸ ਹੋ ਸਕਦੀ ਹੈ। ਕਰਵ ਸਰਫੇਸ ਕੰਸਟਰਕਸ਼ਨ ਤੁਹਾਡੀ ਪਲੇਨ ਸਰਫੇਸ ਦੇ ਮੁਕਾਬਲੇ ਥੋੜਾ ਵਧੇਰੇ ਗੁੰਝਲਦਾਰ ਅਤੇ ਮੁਸ਼ਕਲ ਹੁੰਦਾ ਹੈ। ਅਤੇ ਜਦੋਂ ਅਸੀਂ ਇਹਨਾਂ ਕਰਵਡ ਸਰਫੇਸ ਇੰਟਰਪੋਲੇਸ਼ਨਾਂ ਬਾਰੇ ਜਾਣਨ ਜਾ ਰਹੇ ਹਾਂ ਤਾਂ ਅਤਿਰਿਕਤ ਕਨਸੈਪਟ ਜਿਵੇਂ ਕਿ ਬੀਜ਼ੀਅਰ ਕਰਵ, ਕੂਨਜ਼ ਸਰਫੇਸ ਅਤੇ ਹੋਰ ਥਿੰਗਸ ਆਉਂਦੀਆਂ ਹਨ। ਜੇਕਰ ਇਹ ਪਲੇਨ ਸਰਫੇਸ ਹੈ ਤਾਂ ਇਹ ਬਹੁਤ ਸਿੱਧੀ ਪਹੁੰਚ ਹੈ। ਸਰਫੇਸ ਕੰਸਟਰਕਸ਼ਨ ਦਾ ਦੂਜਾ ਤਰੀਕਾ ਇਹ ਸਥਾਨਿਕ ਤੌਰ ਤੇ ਪਲੇਨ ਸਰਫੇਸ ਵਰਗਾ ਦਿਖਾਈ ਦਿੰਦਾ ਹੈ, ਜਿਸ ਨੂੰ ਰੂਲਡ ਸਰਫੇਸ ਕਿਹਾ ਜਾਂਦਾ ਹੈ। ਉਦਾਹਰਨ ਲਈ, ਆਓ ਅਸੀਂ 3 ਡਾਇਮੈਂਸ਼ਨਲ ਸਪੇਸ ਵਿੱਚ ਕੋਈ ਕਰਵ ਲੈਂਦੇ ਹਾਂ। ਸਿਮਿਲਰਲੀ ਮੇਰੇ ਕੋਲ ਇੱਕ ਹੋਰ ਕਰਵ ਹੈ। ਇਹ ਕਰਵ ਪੈਰਲਲ ਹੋ ਸਕਦੇ ਹਨ, ਪੈਰਲਲ ਨਹੀਂ ਹੋ ਸਕਦੇ, ਉਹ ਇੱਕ ਦੂਜੇ ਨਾਲ ਆਫਸੈਟ ਵੀ ਹੋ ਸਕਦੇ ਹਨ। ਇਸ ਕੇਸ ਵਿੱਚ ਸਭ ਤੋਂ ਆਸਾਨ ਚੀਜ਼ ਜੋ ਕੋਈ ਕਰ ਸਕਦਾ ਹੈ, ਉਹ ਹੈ ਹਰੇਕ ਅਤੇ ਹਰੇਕ ਪੁਆਇੰਟ ਨੂੰ ਜੋੜਨਾ। ਸ਼ਾਇਦ ਇਹਨਾਂ ਪੁਆਇੰਟਾਂ ਨੂੰ ਇੱਕ ਲਾਈਨ ਨਾਲ ਜੋੜਨਾ ਹੈ। ਸਿਮਿਲਰਲੀ ਇੱਕ ਹੋਰ ਪੁਆਇੰਟ ਚੁਣੋ, ਇਸ ਨੂੰ ਲਾਈਨ ਨਾਲ ਜੋੜੋ। ਸਿਮਿਲਰਲੀ ਇੱਕ ਹੋਰ ਪੁਆਇੰਟ ਚੁਣੋ, ਇਸ ਨੂੰ ਲਾਈਨ ਨਾਲ ਜੋੜੋ। ਅਤੇ ਜੇ ਅਸੀਂ ਇਸ ਤਰ੍ਹਾਂ ਦਾ ਆਬਜੈਕਟ ਕੰਸਟਰਕਟ ਕਰਦੇ ਹਾਂ, ਤਾਂ ਇਸ ਨੂੰ ਅਸੀਂ ਰੂਲਡ ਸਰਫੇਸ ਕਹਿੰਦੇ ਹਾਂ। ਇਹ ਕਰਵ ਆਰਬਿਟਰੇਰੀ ਵੀ ਹੋ ਸਕਦੇ ਹਨ। ਉਦਾਹਰਨ ਲਈ ਸਾਡੇ ਕੋਲ ਇੱਕ ਸਿੱਧੀ ਲਾਈਨ ਹੈ, ਦੂਜੀ ਇੱਕ ਕਰਵ ਹੈ, ਅਤੇ ਅਸੀਂ ਇਸ ਪੂਰੀ ਸਿੱਧੀ ਲਾਈਨ ਨੂੰ
ਇਕੁਅਲ ਪਾਰਟ ਦੀ n ਨੰਬਰ ਵਿੱਚ ਡਿਵਾਈਡ ਕਰਨ ਦਾ ਫੈਸਲਾ ਕੀਤਾ ਹੈ। ਸਿਮਿਲਰਲੀ ਦੂਜੇ ਕਰਵ ਨੂੰ ਵੀ ਅਸੀਂ n ਇਕੁਅਲ ਪਾਰਟ ਵਿੱਚ ਡਿਵਾਈਡ ਕਰਾਂਗੇ। ਅਤੇ ਫਿਰ ਹਰੇਕ ਨੂੰ ਜੋੜਾਂਗੇ, ਜੋ ਇੱਕ ਰੂਲਡ ਸਰਫੇਸ ਨੂੰ ਦੇਖਣ ਦੇ ਇੱਕ ਸਿੰਪਲ ਤਰੀਕੇ ਨੂੰ ਦਰਸਾਉਂਦੀ ਹੈ। ਅਤੇ ਜਦੋਂ ਤੁਸੀਂ ਇਹ ਰੂਲਡ ਸਰਫੇਸ ਕਰ ਰਹੇ ਹੋ ਤਾਂ ਇਹ ਹਮੇਸ਼ਾ ਸਿੱਧੀਆਂ ਲਾਈਨ ਹੁੰਦੀਆਂ ਹਨ। ਜੋ ਰੂਲ ਸਾਡੇ ਕੋਲ ਹੈ। ਇੱਕ ਰੂਲਡ ਸਰਫੇਸ ਦੋ ਸਪੇਸ ਕਰਵਾਂ ਜਾਂ ਰੇਲਾਂ ਨੂੰ ਜੋੜ ਕੇ ਬਣਦੀ ਹੈ। ਇਹ ਜ਼ਿਆਦਾ ਰੇਲ ਗੱਡੀਆਂ ਦੀ ਤਰ੍ਹਾਂ ਹੈ, ਜਿਵੇਂ ਤੁਹਾਡੇ ਕੋਲ ਰੇਲਜ਼ ਹਨ। ਜਾਂ ਸਿੱਧੀ ਲਾਈਨ ਰੂਲਿੰਗ ਜਾਂ ਜਨਰੇਟਰ ਹੁੰਦਾ ਹੈ। ਜੇਕਰ ਦੋ ਕਰਵਾਂ ਨੂੰ f ਦੇ u ਇੱਕ ਪੈਰਾਮੀਟਰਿਕ ਵੇਰੀਏਸ਼ਨ ਅਤੇ u ਦੇ g ਦੁਆਰਾ ਦਰਸਾਇਆ ਗਿਆ ਹੈ, ਤੁਸੀਂ ਇਸ ਪੈਰਾਮੀਟਰ u ਨੂੰ ਟਾਈਮ ਦੇ ਫੰਕਸ਼ਨ ਵਜੋਂ ਵੀ ਸੋਚ ਸਕਦੇ ਹੋ। ਟਾਈਮ ਦੇ ਨਾਲ ਉਸ ਪੁਆਇੰਟ ਦੀ ਲੋਕੇਸ਼ਨ ਇੱਕ ਕਰਵ ਦੇ ਨਾਲ ਇੱਕ ਲੋਕੇਸ਼ਨ ਤੋਂ ਦੂਜੇ ਲੋਕੇਸ਼ਨ ਤੇ ਜਾਂਦੀ ਹੈ, ਜਾਂ ਸ਼ਾਇਦ ਤੁਸੀਂ ਕਿਸੇ ਚੀਜ਼ ਨੂੰ ਪਰਿਭਾਸ਼ਿਤ ਕਰ ਰਹੇ ਹੋ, ਜਿਵੇਂ ਕਿ ਇਸ ਨੂੰ ਕਿਸੇ ਖਾਸ ਸਰਫੇਸ ਦੇ ਨਾਲ ਜਾਣਾ ਪੈਂਦਾ ਹੈ, ਜਿਵੇਂ ਕਿ ਇੱਕ ਕਰਵ ਸਰਫੇਸ ਹੋ ਸਕਦਾ ਹੈ ਕਿ ਇਹ ਕਿਸੇ ਗੋਲੇ ਤੇ ਘੁੰਮ ਰਿਹਾ ਹੋਵੇ, ਇਹ ਇੱਕ ਇਲਿਪਸੋਇਡ ਤੇ ਘੁੰਮ ਰਿਹਾ ਹੋਵੇ ਅਤੇ ਹੋਰ ਵੀ ਇਸ ਤਰ੍ਹਾਂ ਕਿ ਪੈਰਾਮੀਟਰਿਕ ਵੇਰੀਏਸ਼ਨ u ਹੋਵੇ। ਅਤੇ ਉਸ ਪੈਰਾਮੀਟਰਿਕ ਵੇਰੀਏਸ਼ਨ ਤੇ ਅਸੀਂ ਇੱਕ ਕਰਵ ਵਰਗੀ ਚੀਜ਼ ਨੂੰ ਪਰਿਭਾਸ਼ਿਤ ਕਰ ਰਹੇ ਹਾਂ, ਜੋ ਇਸ ਦੇ ਨਾਲ ਜਾਂਦਾ ਹੈ ਕਿ ਵਿਸ਼ੇਸ਼ ਡਾਇਰੈਕਸ਼ਨ ਅਤੇ ਹੋਰ ਕਰਵ u ਦਾ g ਹੈ। ਫਿਰ ਉਸ ਕੰਪਿਊਟਰ ਦੇ ਬੈਕਐਂਡ ਤੇ ਪੈਰਾਮੀਟਰਿਕ ਇਕੁਏਸ਼ਨ ਇਹ ਕੀ ਕਰਦਾ ਹੈ ਕਿ ਤੁਸੀਂ ਉਸ ਵਿਚਕਾਰ ਕਿਸੇ ਵੀ ਪੁਆਇੰਟ ਨੂੰ ਕੰਸਟਰਕਟ ਕਰਦੇ ਹੋ, ਜਿਵੇਂ ਕਿ ਕੁਝ ਬਲੇਂਡਿੰਗ ਫੰਕਸ਼ਨ, ਜਿਵੇਂ ਇੱਕ -nu ਮਲਟੀਪਲਾਈਡ ਬਾਈ g ਆਫ u ਪਲਸ nu ਟਾਈਮਸ f ਆਫ u। ਇਸ ਗੱਲ ਤੇ ਬੇਸਡ ਹੈ ਕਿ ਤੁਸੀਂ ਅਸਲ ਵਿੱਚ ਕਿੰਨੀ ਦੂਰੀ ਨੂੰ ਵੇਖਣਾ ਚਾਹੁੰਦੇ ਹੋ, ਜਿਵੇਂ ਕਿ f ਆਫ u ਅਤੇ g ਆਫ u ਵਿਚਕਾਰ ਦੂਰੀ, ਜੇਕਰ ਅਸੀਂ nu ਦੇ ਰੂਪ ਵਿੱਚ ਇਹ ਫ੍ਰੈਕਸ਼ਨ ਨੂੰ ਦਰਸਾਉਂਦੇ ਹਾਂ। ਇਸ ਪਾਸੇ 50%, ਬਾਕੀ 50% ਉਸ ਪਾਸੇ, ਜਾਂ 40% ਇਸ ਪਾਸੇ, 60% ਉਸ ਪਾਸੇ, ਇਸ ਕਾਇੰਡ ਦਾ ਵੇਟੇਜ ਅਸੀਂ ਇੱਕ ਲਾਈਨ ਨਾਲ ਜੋੜ ਕੇ ਇਹਨਾਂ ਦੋ ਕਰਵਾਂ ਨੂੰ ਅਸਲ ਵਿੱਚ ਮੈਪ ਕਰਨ ਲਈ ਲਾਗੂ ਕਰਾਂਗੇ ਅਤੇ ਇੱਕ ਰੂਲਡ ਸਰਫੇਸ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਬੈਕਐਂਡ ਦਾ ਪੂਰਾ ਮਕਸਦ ਇਸ ਤਰ੍ਹਾਂ ਹੈ ਕਿ ਤੁਸੀਂ ਉਹਨਾਂ ਲਾਈਨਾਂ ਨੂੰ ਚੁਣਦੇ ਹੋ ਜੋ ਤੁਸੀਂ ਇਹਨਾਂ ਕਰਵਾਂ ਵਿੱਚੋਂ ਲੰਘਦੀ ਹੋਈ ਸਰਫੇਸ ਨੂੰ ਸਮੂਥਲੀ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਉਦਾਹਰਨ ਲਈ ਸਾਡੀ ਕੰਪਿਊਟਰ ਸਕਰੀਨ ਤੇ ਇਸ ਟਾਈਮ ਸਾਡੇ ਕੋਲ ਉਸ ਖਾਸ ਸ਼ੇਪ ਦਾ ਕਰਵ ਹੋ ਸਕਦਾ ਹੈ ਅਤੇ ਸ਼ਾਇਦ ਇਸ ਐਜ ਤੇ ਇੱਕ ਹੋਰ ਲਾਈਨ ਹੈ। ਆਓ ਕੰਸੀਡਰ ਕਰੀਏ ਕਿ ਇਹ ਐਜ ਕੁਝ ਅਜਿਹਾ ਹੈ। ਹੁਣ ਮੈਂ ਅਸਲ ਵਿੱਚ ਇਸ ਵਿੱਚ 2 ਡਾਇਮੈਂਸ਼ਨ ਲੈਵਲ ਤੇ ਸਰਫੇਸ ਨੂੰ ਰੱਖਣਾ ਚਾਹੁੰਦਾ ਹਾਂ, ਤਾਂ ਕੰਪਿਊਟਰ ਪਿਕਸਲ ਲੈਵਲ ਤੇ ਇਹਨਾਂ ਡੇਟਾ ਪੁਆਇੰਟਾਂ ਨੂੰ ਕਿਹੜੇ ਸਭ ਤੋਂ ਆਸਾਨ ਤਰੀਕਿਆਂ ਵਿੱਚੋਂ ਇੱਕ ਨਾਲ ਚੁਣਦਾ ਹੈ। ਇੰਟਰਪੋਲੇਟ ਕਰਨ ਦੀ ਕੋਸ਼ਿਸ਼ ਕਰੋ ਕਿ ਮੈਂ ਅਸਲ ਵਿੱਚ ਇਸ ਡੇਟਾ ਪੁਆਇੰਟ ਵਿੱਚ ਡੇਟਾ ਪੁਆਇੰਟ ਕਿਵੇਂ ਜੋੜ ਸਕਦਾ ਹਾਂ। ਤਾਂ ਲਾਈਨ ਬਾਏ ਲਾਈਨ ਇਹ ਇਸ ਨੂੰ ਕੰਸਟਰਕਟ ਕਰਦਾ ਹੈ ਅਤੇ ਇਸ ਵਿੱਚ ਖਾਸ ਕਾਇੰਡ ਦੇ ਰੰਗ ਭਰਦਾ ਹੈ। ਇਹੀ ਚੀਜ਼ ਉਦੋਂ ਵੀ ਵਾਪਰਦੀ ਹੈ ਜਦੋਂ ਤੁਸੀਂ ਸਾਡੇ ਲਈ ਇੱਕ ਆਟੋਮੋਬਾਈਲ ਜਾਂ ਸ਼ਾਇਦ ਇੱਕ ਪੈਨ ਜਾਂ ਕਿਸੇ ਵੀ ਕਾਇੰਡ ਦੀ ਸਰਫੇਸ ਬਣਾ ਰਹੇ ਹੋਵੋਗੇ। ਵਿਜ਼ੂਅਲ ਲੈਵਲ ਤੇ ਸਾਨੂੰ ਕਰਵ ਪਸੰਦ ਹੈ ਜਾਂ ਸਰਫੇਸ, ਇਸ ਨੂੰ ਉਸ ਤਰੀਕੇ ਲੰਘਣਾ ਪੈਂਦਾ ਹੈ। ਪਰ ਤੁਸੀਂ ਉਸ ਮਸ਼ੀਨ ਨੂੰ ਕਿਵੇਂ ਸਿਖਾਓਗੇ ਕਿ ਜਦੋਂ ਤੁਸੀਂ ਮਸ਼ੀਨਿੰਗ ਕਰ ਰਹੇ ਹੋਵੋ ਤਾਂ ਟੂਲ ਬਿਟ ਨੂੰ ਕਰਵ ਦੇ ਉਸ ਤਰੀਕੇ ਨਾਲ ਲੰਘਣਾ ਪੈਂਦਾ ਹੈ, ਇਸ ਨੂੰ ਉਸ ਕਾਇੰਡ ਦੀ ਸਰਫੇਸ ਦੇ ਨਾਲ ਜਾਣਾ ਪੈਂਦਾ ਹੈ। ਇੱਕ ਜਿਓਮੈਟ੍ਰਿਕ ਸੰਬੰਧ ਹੋਣਾ ਚਾਹੀਦਾ ਹੈ ਜੋ ਅਸੀਂ ਇਹਨਾਂ ਮਸ਼ੀਨਾਂ ਜਾਂ ਉਸ ਕੰਪਿਊਟਰ ਨੂੰ ਸਿਖਾਉਣਾ ਹੈ। ਅਤੇ ਕਿਸੇ ਵੀ ਸਰਫੇਸ ਮਾਡਲ ਦਾ ਸੰਪੂਰਨ ਉਦੇਸ਼ ਸਭ ਤੋਂ ਵਧੀਆ ਅਨੁਮਾਨ ਹੈ ਜੋ ਇੱਕ ਸਰਫੇਸ ਕੰਸਟਰਕਟ ਕਰਨ ਦੇ ਮਾਮਲੇ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਡੇ ਕੋਲ 3 ਡਾਇਮੈਂਸ਼ਨ ਸਪੇਸ ਵਿੱਚ ਮੌਜੂਦ ਕਰਵਾਂ ਦੇ ਬੇਸ ਤੇ ਅਸੀਂ ਇਹਨਾਂ ਲਾਈਨਾਂ ਨਾਲ ਜੁੜਨ ਵਾਲੀ ਸਰਫੇਸ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ ਅਤੇ ਇਸ ਕਾਇੰਡ ਦੇ ਸਰਫੇਸ, ਜਿਨ੍ਹਾਂ ਨੂੰ ਅਸੀਂ ਰੂਲਡ ਸਰਫੇਸ ਕਹਿੰਦੇ ਹਾਂ, ਇਸ ਦੇ ਬੇਸ ਤੇ ਅਸੀਂ ਕਿੰਨੇ ਡੇਟਾ ਪੁਆਇੰਟਾਂ ਨੂੰ ਕੰਸਟਰਕਟ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਦਾ ਇੱਕ ਲੀਨੀਅਰ ਇੰਟਰਪੋਲੇਸ਼ਨ ਹੋ ਸਕਦਾ ਹੈ, ਵਿਸ਼ੇਸ਼ ਡਾਇਰੈਕਸ਼ਨ ਬਣਾਉਣਾ ਜਾਂ ਉਹਨਾਂ ਦੇ ਨਾਲ ਅੱਗੇ ਵਧਣ ਨਾਲੋਂ ਇਸ ਲਾਈਨ ਨੂੰ ਦੋਵਾਂ ਸਾਈਡ ਵੱਲ ਇਕੁਅਲ ਪਾਰਟ ਵਿੱਚ ਡਿਵਾਈਡ ਕਰਨਾ ਸਭ ਤੋਂ ਆਸਾਨ ਤਰੀਕਾ ਹੈ। ਅਤੇ ਇੱਕ ਖਾਸ ਐਰੋ ਦੀ ਡਾਇਰੈਕਸ਼ਨ ਦਿਖਾ ਕੇ ਅਤੇ ਉਹਨਾਂ ਸਰਫੇਸ ਦੇ ਨਾਲ ਲੋਫਟ ਕਰਨ ਦੀ ਕੋਸ਼ਿਸ਼ ਕਰਨਾ। ਜੇਕਰ ਅਸੀਂ ਅਜਿਹਾ ਕਰ ਰਹੇ ਹਾਂ ਤਾਂ ਅਸੀਂ ਇਸ ਨੂੰ ਕਹਿੰਦੇ ਹਾਂ ਕਿ ਰੂਲਡ ਸਰਫੇਸ ਦੇ ਮਾਮਲੇ ਵਿੱਚ ਲੋਫਟੇਡ ਸਰਫੇਸ ਦੇ ਰੂਪ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਦੋਵਾਂ ਸਾਈਡ ਤੇ
ਇਕੁਅਲ ਪੁਆਇੰਟ ਹੋਣ, ਪਰ ਆਮ ਤੌਰ ਤੇ ਲੌਫਟੇਡ ਸਰਫੇਸ ਲਈ ਤੁਸੀਂ ਇਸ ਕਰਵ ਦੇ ਦੋਵਾਂ ਸਾਈਡ ਤੇ ਇਕੁਅਲ ਪੁਆਇੰਟਾਂ ਵਿੱਚ ਡਿਵਾਈਡ ਕਰਦੇ ਹੋ ਅਤੇ ਸਿੱਧੀ ਲਾਈਨ ਨਾਲ ਜੋੜਦੇ ਹੋ। ਲੌਫਟੇਡ ਸਰਫੇਸ ਤੁਹਾਡੀ ਰੂਲਡ ਸਰਫੇਸ ਦਾ ਇੱਕ ਵਿਸ਼ੇਸ਼ ਰੂਪ ਹਨ। ਇਸ ਲੌਫਟੇਡ ਸਰਫੇਸ ਨੂੰ ਦੇਖਣ ਦਾ ਤਰੀਕਾ, ਉਦਾਹਰਣ ਵਜੋਂ, ਸਾਡੇ ਕੋਲ ਇੱਕ ਖਾਸ ਕਰਵ ਹੈ, ਜੋ ਇੱਕ ਸਾਈਡ ਤੋਂ ਬੰਦ ਹੈ। ਸਾਡੇ ਕੋਲ ਇੱਕ ਹੋਰ ਕਾਈਂਡ ਦੀ ਬੰਦ ਕਰਵ ਵੀ ਹੈ। ਹੁਣ ਇੱਕ ਲਾਈਨ ਇੱਕ ਸਪਾਈਨ ਕਰਵ ਹੈ, ਜੋ ਅਸੀਂ ਕਹਿੰਦੇ ਹਾਂ। ਇਹ ਉਹੀ ਹੈ। ਹੁਣ, ਜੇਕਰ ਮੈਂ ਸੱਚਮੁੱਚ ਇਸ ਕਰਵ ਨੂੰ ਸਪਾਈਨ ਕਰਵ ਦੇ ਨਾਲ ਚਲਾਉਂਦਾ ਹਾਂ ਤਾਂ ਜੋ ਵੀ ਸਰਫੇਸ ਇਹ ਬਣਾਉਂਦਾ ਹੈ, ਉਸੇ ਨੂੰ ਅਸੀਂ ਲੌਫਟੇਡ ਸਰਫੇਸ ਵੀ ਕਹਿੰਦੇ ਹਾਂ। ਇਹ ਕਰਵ ਇੱਕ ਪੈਰਾਮੀਟ੍ਰਿਕ ਕਰਵ ਹੈ। ਕਿਉਂਕਿ ਇਹ ਇਸ ਪੁਆਇੰਟ ਤੋਂ ਉਸ ਪੁਆਇੰਟ ਤੱਕ ਜਾ ਰਹੀ ਹੈ, ਉਸ ਕਰਵ ਦੀ ਸ਼ੇਪ ਵੱਖੋ ਵੱਖਰੀ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਅਸੀਂ ਇਸ ਨੂੰ ਸ਼ੁਰੂਆਤ ਵਿੱਚ ਸ਼ਾਇਦ ਪੁਆਇੰਟ A ਤੇ ਪੈਰਾਮੀਟ੍ਰਿਕ ਕਹਿ ਰਹੇ ਹਾਂ। ਇਹ ਪੁਆਇੰਟ B ਤੇ ਸਰਕੂਲਰ ਫਾਰਮੈਟ ਵਿੱਚ ਹੋ ਸਕਦਾ ਹੈ। ਇਹ ਪੁਆਇੰਟ C ਤੇ ਇਲਿਪਸ ਅੰਡਾਕਾਰ ਹੋ ਸਕਦਾ ਹੈ। ਇਸ ਵਿੱਚ ਕੁਝ ਸਟਾਰ ਕਾਈਂਡ ਦੀ ਫਾਰਮ ਹੋ ਸਕਦੀ ਹੈ ਅਤੇ ਹੋਰ ਵੀ। ਤਾਂ ਅਸੀਂ ਇਸ ਕਾਈਂਡ ਦੀ ਪੈਰਾਮੀਟ੍ਰਿਕ ਕਰਵ ਨੂੰ ਸਪਾਈਨ ਕਰਵ ਦੇ ਨਾਲ ਚਲਾ ਰਹੇ ਹਾਂ, ਤਾਂ ਵੀ ਅਸੀਂ ਇਸ ਤਰ੍ਹਾਂ ਦੇ ਖਾਸ ਕਾਈਂਡ ਦੇ ਕਰਵ ਪ੍ਰਾਪਤ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਇਸ ਤਰ੍ਹਾਂ ਦੀਆਂ ਸਰਫੇਸ ਨੂੰ ਅਸੀਂ ਲੌਫਟੇਡ ਸਰਫੇਸ ਕਹਿੰਦੇ ਹਾਂ। ਉਦਾਹਰਣ ਲਈ, ਜੇਕਰ ਮੇਰੇ ਕੋਲ ਕਿਸੇ ਐਕਸਿਸ ਦੇ ਦੁਆਲੇ ਇੱਕ ਸਰਕਲ ਹੈ, ਜੇਕਰ ਮੈਂ ਹਿਲ ਰਿਹਾ ਹਾਂ ਤਾਂ ਹੋ ਸਕਦਾ ਹੈ ਕਿ ਮੈਨੂੰ ਚਿਊ ਮਿਲੇ। ਸਤਹ ਨੂੰ ਦੇਖਣ ਦਾ ਦੂਜਾ ਤਰੀਕਾ ਘੁੰਮਦੀਆਂ ਸਰਫੇਸ ਹਨ। ਉਦਾਹਰਣ ਲਈ, ਜੇਕਰ ਮੇਰੇ ਕੋਲ ਕੋਈ ਆਰਬਿਟਰੇਰੀ ਕਰਵ ਹੈ ਅਤੇ ਇੱਕ ਐਕਸਿਸ ਦੇ ਦੁਆਲੇ ਜੇਕਰ ਮੈਂ ਇਸ ਨੂੰ 360 ਡਿਗਰੀ ਤੇ ਘੁਮਾਉਂਦਾ ਹਾਂ, ਸ਼ਾਇਦ ਮੈਂ ਇੱਕ ਖਾਸ ਸ਼ੇਪ ਪ੍ਰਾਪਤ ਕਰਨ ਜਾ ਰਿਹਾ ਹਾਂ ਤਾਂ ਕਿ ਇੱਕ ਘੁੰਮਦੀ ਸਰਫੇਸ ਸਪੇਸ ਉਤਪੰਨ ਹੋ ਜਾਵੇ ਜੋ ਰੋਟੇਸ਼ਨ ਦੇ ਇੱਕ ਐਕਸਿਸ ਦੇ ਦੁਆਲੇ ਘੁੰਮਦੀ ਹੈ। ਜਦੋਂ ਅਸੀਂ ਇਹਨਾਂ ਸੌਫਟਵੇਅਰ ਪੈਕੇਜ ਬਾਰੇ ਸਿੱਖਣ ਜਾ ਰਹੇ ਹਾਂ ਤਾਂ ਇਹ ਉਹ ਐਕਸਿਸ ਹੈ ਜੋ ਇੱਕ ਕਰਵ ਹੈ। ਇਸ ਤਰ੍ਹਾਂ ਦੀਆਂ ਰਿਵੋਲਵਡ ਸਰਫੇਸ ਕੰਸਟਰਕਟ ਕਰਨ ਲਈ ਕੁਝ ਚੀਜ਼ਾਂ, ਜਿਵੇਂ ਕਿ ਇੱਕ ਐਕਸਿਸ ਪਰਿਭਾਸ਼ਿਤ ਕਰਵ ਨੂੰ ਪਰਿਭਾਸ਼ਿਤ ਕਰਨਾ ਮਹੱਤਵਪੂਰਨ ਹੈ। ਅਤੇ ਖਾਸ ਕਰਕੇ, ਸਾਡੇ ਕੋਲ U ਦੇ ਸੰਦਰਭ ਵਿੱਚ ਕੋਸ ਫੰਕਸ਼ਨਾਂ, ਸਾਈਨ ਫੰਕਸ਼ਨਾਂ ਦੇ ਸੰਦਰਭ ਵਿੱਚ Z ਦੀ R ਦੀ ਕੁਝ ਪੈਰਾਮੀਟ੍ਰਿਕ ਵੇਰੀਏਸ਼ਨ ਹਨ। ਜੇਕਰ ਮੈਂ ਇੱਕ ਖਾਸ Z ਡਾਇਰੇਕਸ਼ਨ ਵਿੱਚ ਇੱਕ ਸਰਕਲ ਦੇ ਰੂਪ ਵਿੱਚ ਘੁੰਮਦਾ ਹਾਂ, ਅਸੀਂ ਉਹ ਵਸਤੂ ਪ੍ਰਾਪਤ ਕਰਾਂਗੇ ਜਿਸ ਨੂੰ ਅਸੀਂ ਰਿਵੋਲਵ ਸਰਫੇਸ ਕਹਿੰਦੇ ਹਾਂ। ਇਹ ਹਮੇਸ਼ਾ ਐਕਸਿਸ ਸਿਮੈਟ੍ਰਿਕ ਸਰਫੇਸ ਹੁੰਦੀ ਹੈ ਅਤੇ ਇਹ ਇੱਕ ਪਲੇਨ ਵਾਇਰ ਦੇ ਰੂਪ ਨੂੰ ਘੁੰਮਾ ਕੇ ਪੈਦਾ ਕੀਤੀ ਜਾ ਸਕਦੀ ਹੈ। ਆਮ ਤੌਰ ਤੇ, ਅਸੀਂ ਇਸ ਨੂੰ ਪੋਜ਼ਿਟਿਵ ਰੋਟੇਸ਼ਨ ਵਜੋਂ ਪਰਿਭਾਸ਼ਿਤ ਕਰਦੇ ਹਾਂ। ਕੁਝ ਅਜਿਹਾ, ਜਿਵੇਂ ਕਿ ਅਸੀਂ ਕਾਊਂਟਰ ਕਲੌਕਵਾਈਜ਼ ਡਾਇਰੇਕਸ਼ਨ ਵਿੱਚ ਓਬਜੈਕਟ ਨੂੰ ਘੁਮਾਉਣ ਦੀ ਕੋਸ਼ਿਸ਼ ਕਰਾਂਗੇ। ਦੂਜੀਆਂ ਸਰਫੇਸ ਨੂੰ ਟੇਬੂਲੇਟਿਡ ਸਿਲੰਡਰਰ ਸਰਫੇਸ ਕਿਹਾ ਜਾਂਦਾ ਹੈ। ਉਸ ਕੇਸ ਵਿੱਚ, ਸਾਡੇ ਕੋਲ ਇੱਕ ਖਾਸ ਕਰਵ ਹੈ। ਜੇਕਰ ਮੈਂ ਉਸ ਨੂੰ ਖਾਸ ਡਾਇਰੇਕਸ਼ਨ ਵਿੱਚ ਡਰੈਗ ਕਰ ਰਿਹਾ ਹਾਂ, ਤਾਂ ਇਹ ਇੱਕ ਸਰਫੇਸ ਬਣਾਉਂਦਾ ਹੈ। ਇਸ ਕਾਈਂਡ ਦੀ ਥਿੰਗਸ ਜਿਸ ਨੂੰ ਅਸੀਂ ਟੈਬੂਲੇਟਿਡ ਸਰਫੇਸ ਕਹਿੰਦੇ ਹਾਂ। ਅਤੇ ਖਾਸ ਤੌਰ ਤੇ ਇੱਕ ਸਾਫਟਵੇਅਰ ਜਿਵੇਂ ਕਿ ਸਾਈਡਵਰਕ, ਜਿਸ ਬਾਰੇ ਅਸੀਂ ਅਗਲੀਆਂ ਕਲਾਸਾਂ ਵਿੱਚ ਸਿੱਖਾਂਗੇ, ਐਕਸਟਰੂਡ ਜਾਂ ਐਕਸਟਰੂਜ਼ਨ ਨਾਮ ਦੀ ਇੱਕ ਕਮਾਂਡ ਹੈ, ਜਿਸ ਦੀ ਵਰਤੋਂ ਕਰਦੇ ਹੋਏ ਇੱਕ ਵਾਰ ਜਦੋਂ ਤੁਸੀਂ ਇੱਕ ਕਰਵ ਡਰਾ ਕਰ ਲੈਂਦੇ ਹੋ ਤਾਂ ਤੁਸੀਂ ਅਸਲ ਵਿੱਚ ਓਬਜੈਕਟ ਬਣਾਉਣ ਲਈ ਇਸ ਨੂੰ ਲੈਟਰਲ ਡਾਇਰੇਕਸ਼ਨ ਵਿੱਚ ਸਵੀਪ ਕਰ ਸਕਦੇ ਹੋ। ਹੁਣ, ਅਸੀਂ ਇਸ ਕਾਈਂਡ ਦੇ ਸਰਫੇਸ ਦੀ ਵਰਤੋਂ ਕਿੱਥੇ ਕਰਦੇ ਹਾਂ? ਜੇਕਰ ਤੁਸੀਂ ਕੰਪਿਊਟਰ ਵਿਜ਼ਨ, ਜਿਵੇਂ ਕਿ ਇਹਨਾਂ 3 ਡਾਇਮੈਂਸ਼ਨ ਮਾਡਲਾਂ ਨੂੰ ਬਣਾਉਣਾ ਆਦਿ ਦੇਖ ਰਹੇ ਹੋ, ਤਾਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਵਿੱਚ ਇਹਨਾਂ ਸਰਫੇਸ ਨੂੰ ਕੰਸਟਰਕਟ ਕਰਨ ਦਾ ਕੋਈ ਵਧੀਆ ਤਰੀਕਾ ਹੈ। ਜਾਂ ਮੈਡੀਕਲ ਇਮੇਜਿੰਗ, ਸ਼ਾਇਦ ਤੁਹਾਡੇ ਕੋਲ ਮੈਡੀਕਲ ਇਮੇਜਿੰਗ ਵਰਗੀ ਕੋਈ ਚੀਜ਼ ਹੈ ਅਤੇ ਤੁਸੀਂ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ 3 ਡਾਇਮੈਂਸ਼ਨਲ ਪਿਕਚਰ ਕੰਸਟਰਕਟ ਕਰਨਾ ਚਾਹੁੰਦੇ ਹੋ। ਇੱਕ ਮਨੁੱਖ ਦੁਆਰਾ ਅਸਲ ਵਿੱਚ ਉਹਨਾਂ ਗੁੰਝਲਦਾਰ ਡਾਕਟਰੀ ਚਿੱਤਰਾਂ, ਜਿਵੇਂ 3D ਵਰਗੀ ਕੋਈ ਚੀਜ਼ ਕੰਸਟਰਕਟ ਕਰਨ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ। ਸਾਨੂੰ ਇਸ ਨੂੰ ਕੰਪਿਊਟਰ ਨੂੰ ਸਿਖਾਉਣਾ ਪਵੇਗਾ ਜਾਂ ਸ਼ਾਇਦ
ਘੱਟੋ ਘੱਟ ਇੱਕ ਸਾਫਟਵੇਅਰ ਦੀ ਵਰਤੋਂ ਕਰਨੀ ਪਵੇਗੀ, ਜੋ ਅਸਲ ਵਿੱਚ ਇੱਕ ਸਰਫੇਸ ਕੰਸਟਰਕਟ ਕਰਨ ਲਈ ਵੱਖ-ਵੱਖ ਵਿਊ ਪੜ੍ਹ ਸਕਦਾ ਹੋਵੇ। ਅਤੇ ਬੈਕਐਂਡ ਵਿੱਚ ਤੁਸੀਂ ਕੁਝ ਮੈਥਮੈਟਿਕਲ ਫੰਕਸ਼ਨਾਂ ਨੂੰ ਲਾਗੂ ਕਰਦੇ ਹੋ, ਜੋ ਇਹਨਾਂ ਡੇਟਾ ਪੁਆਇੰਟਾਂ ਵਿੱਚੋਂ ਲੰਘਦੇ ਹਨ। ਕਿਉਂਕਿ ਸਾਡੇ ਕੋਲ ਰੰਗਾਂ ਵਰਗੇ ਪਿਕਸਲ ਦੇ ਰੂਪ ਵਿੱਚ ਅਲੱਗ-ਥਲੱਗ ਡੇਟਾ ਪੁਆਇੰਟ ਹਨ। ਲਾਲ, ਨੀਲਾ, ਹਰਾ ਜਾਂ ਸ਼ਾਇਦ ਚਿੱਟਾ ਅਤੇ ਕਾਲਾ ਸਲੇਟੀ ਗ੍ਰੇਸਕੇਲ ਕਾਇੰਡ ਦੀਆਂ ਤਸਵੀਰਾਂ ਅਤੇ ਇਸ ਤਰ੍ਹਾਂ ਹੀ ਸਾਡੇ ਕੋਲ ਕਲਰ ਕੰਟਰਾਸਟ ਹੁੰਦਾ ਹੈ। ਅਸੀਂ ਕੁਝ ਫੰਕਸ਼ਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ, ਕਰਵ ਸਰਫੇਸ ਨੂੰ ਉਹਨਾਂ ਵਿੱਚੋਂ ਲੰਘਾਉਣ ਲਈ, ਇੱਕ ਵਸਤੂ ਵਰਗਾ ਕੁਝ ਬਣਾਉਣ ਲਈ, ਉਦਾਹਰਨ ਲਈ MRI ਸਕੈਨ। ਸਾਫਟਵੇਅਰ ਅਸਲ ਵਿੱਚ 3D ਇਮੇਜ ਕਿਵੇਂ ਕੰਸਟਰਕਟ ਕਰਦੇ, ਤਾਂ ਕਿ ਮੈਡੀਕਲ ਇਮੇਜਿੰਗ ਇਮੇਜ ਬਣਾਉਣ ਲਈ ਸਰਫੇਸ ਡੇਟਾ ਸਿਰਫ ਡੇਟਾ ਪੁਆਇੰਟਾਂ ਦੇ ਸੈੱਟ ਦੇ ਰੂਪ ਵਿੱਚ ਉਪਲਬਧ ਹੋਵੇ, ਅਤੇ ਜਿਸ ਵਿੱਚ ਅਸੀਂ ਹਰ ਸਮੇਂ ਦਿਲਚਸਪੀ ਰੱਖਦੇ ਹਾਂ, ਉਹ 3D ਇਮੇਜ ਕੰਸਟਰਕਟ ਕਰਨਾ ਹੈ। ਅਤੇ ਖਾਸ ਤੌਰ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਸੌਫਟਵੇਅਰ ਬੇਸਿਕ ਪ੍ਰਿੰਸੀਪਲਸ ਤੇ ਕੰਮ ਕਰਦੇ ਹਨ, ਜਿਵੇਂ ਕਿ ਸ਼ਾਇਦ ਹਰਮਾਈਟ ਬਾਈਕਿਊਬਿਕ ਸਰਫੇਸ ਕੰਸਟਰਕਸ਼ਨ ਪ੍ਰੋਸੈਸਰ, ਜਾਂ ਬ੍ਰਿਜ਼ੀਅਰ ਸਰਫੇਸ, ਬੀ-ਸਪਲਾਈਨ ਸਰਫੇਸ ਹਨ। ਕੁਝ ਕੂਨਸ ਸਰਫੇਸ ਨਾਮ ਦੇ ਸਰਫੇਸ, ਜੋ ਮਸ਼ਹੂਰ ਹਨ, ਜਾਂ ਗੋਰਡਨ ਸਰਫੇਸ ਵਰਗੇ ਸੀਰਫੇਸ ਨਾਲ ਸੰਬੰਧਿਤ ਅਚਾਨਕ ਤੇਜ਼ ਬਦਲਾਅ, ਜਿਵੇਂ ਕੁਝ ਸਰਫੇਸ ਨੂੰ ਗੋਲ ਕਰਨਾ, ਜਿਵੇਂ ਫਿਲੇਟ ਸਰਫੇਸ, ਕੁਝ ਮਟੀਰੀਅਲ ਨੂੰ ਕੱਟ ਕੇ ਹਟਾਉਣਾ, ਜਿਨ੍ਹਾਂ ਨੂੰ ਆਫਸੈਟ ਸਰਫੇਸ ਕਹਿੰਦੇ ਹਨ। ਹੁਣ ਅਸੀਂ ਸਿੱਖਾਂਗੇ ਅਤੇ ਸਾਨੂੰ ਇਹਨਾਂ ਸਰਫੇਸ ਕੰਸਟਰਕਸ਼ਨ ਪ੍ਰਕਿਰਿਆ ਬਾਰੇ ਸਟੇਪ ਬਾਏ ਸਟੇਪ ਕੁਝ ਇਨਫੋਰਮੇਸ਼ਨ ਮਿਲੇਗੀ। ਸਭ ਤੋਂ ਪਹਿਲਾਂ, ਸਾਨੂੰ ਕਿਸੇ ਕਰਵ ਨਾਮਕ ਚੀਜ਼ ਨੂੰ ਪਰਿਭਾਸ਼ਿਤ ਕਰਨਾ ਪਏਗਾ। ਕਰਵ ਹਮੇਸ਼ਾ ਸਿੰਗਲ ਪੈਰਾਮੀਟਰ ਰਿਪਰੈਜ਼ੈਂਟੇਸ਼ਨ ਹੁੰਦੇ ਹਨ। ਤੁਹਾਡੇ ਕੋਲ u ਦੇ x ਦੇ ਫੰਕਸ਼ਨ ਦੇ ਰੂਪ ਵਿੱਚ x ਹੋ ਸਕਦਾ ਹੈ, y ਇੱਕ ਪੈਰਾਮੀਟਰਿਕ ਵੇਰੀਏਸ਼ਨ y ਦਾ ਹੋ ਸਕਦਾ ਹੈ u ਦੇ ਇੱਕ ਫੰਕਸ਼ਨ ਦੇ ਰੂਪ ਵਿੱਚ, z ਇੱਕ u ਦਾ ਫੰਕਸ਼ਨ ਹੋ ਸਕਦਾ ਹੈ। ਜੇਕਰ ਇਹ ਐਜ ਸਪਾਇਰਲ ਵਰਗੀ ਕੋਈ ਚੀਜ਼ ਹੈ, ਤਾਂ ਤੁਹਾਡੇ ਕੋਲ r ਥੀਟਾ ਫਾਈ ਕਾਇੰਡ ਦੇ ਕੋਆਰਡੀਨੇਟ ਹਨ, ਜੋ ਇੱਕ ਸਿੰਗਲ ਪੈਰਾਮੀਟਰ ਦੁਆਰਾ ਉਸੇ ਤਰ੍ਹਾਂ ਨਾਲ ਜੁੜੇ ਹੋ ਸਕਦੇ ਹਨ, ਜਿਵੇਂ ਕਿ ਤੁਹਾਡੇ ਕੋਲ ਕੋਈ ਵੀ ਪੁਆਇੰਟ x y z ਹੈ, ਜਿੱਥੇ ਤੁਹਾਡੇ ਕੋਲ ਇਨਫੋਰਮੇਸ਼ਨ ਹੈ। ਸ਼ਾਇਦ ਕੋਈ ਉਸ ਵਿੱਚੋਂ ਇੱਕ ਕਰਵ ਨੂੰ ਪਾਸ ਕਰ ਸਕਦਾ ਹੈ, ਅਤੇ ਉਹ ਪੈਰਾਮੀਟਰਿਕ ਵੇਰੀਏਸ਼ਨ, ਜੋ ਅਸੀਂ u ਦੀ ਰੇਫਰਿੰਗ ਦਿੰਦੇ ਹੋਏ ਕਹਿ ਰਹੇ ਹਾਂ। ਉਦਾਹਰਨ ਲਈ, ਜੇਕਰ ਇਹ ਇੱਕ ਸਰਕਲ ਹੈ, ਤਾਂ cos u sin u ਤੁਹਾਡੇ ਸਰਕਲ ਨੂੰ ਪਰਿਭਾਸ਼ਿਤ ਕਰਦਾ ਹੈ। ਇਹ u ਇੱਕ ਖਾਸ ਸਥਿਤੀ ਵਿੱਚ ਥੀਟਾ ਐਂਗੂਲਰ ਕੋਆਰਡੀਨੇਟ ਹੋ ਸਕਦਾ ਹੈ, ਅਤੇ ਕਿਉਂਕਿ ਇਹ ਸਰਕਲ 2 ਡਾਇਮੈਂਸ਼ਨਲ ਥਿੰਗ ਹੈ, ਇਸ ਲਈ ਕੋਈ z ਵੇਰੀਏਸ਼ਨ r ਨਹੀਂ ਹੋਵੇਗਾ। ਹੁਣ ਮੈਂ ਇੱਕ ਕਰਵ ਵਰਗਾ ਕੁਝ ਕੰਸਟਰਕਟ ਕਰਨਾ ਚਾਹਾਂਗਾ। ਮੈਨੂੰ ਇਹਨਾਂ ਡੇਟਾ ਪੁਆਇੰਟਾਂ ਨੂੰ ਜੋੜਨਾ ਪਿਆ, ਜਿਸ ਦਾ ਮਤਲਬ ਹੈ ਕਿ ਮੈਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਕਿਸੇ ਚੀਜ਼ ਦੀ ਜ਼ਰੂਰਤ ਹੈ। ਮੈਂ ਇਸ ਤਰ੍ਹਾਂ ਅੱਗੇ ਵਧ ਰਿਹਾ ਹਾਂ। ਇਹ ਟੈਂਜੈਂਟ ਅਸਲ ਵਿੱਚ ਕਿਵੇਂ ਦਿਖਦਾ ਹੈ? ਸਭ ਤੋਂ ਪਹਿਲਾਂ ਇਹ ਪਹਿਲਾ ਡੇਟਾ ਪੁਆਇੰਟ ਹੈ। ਜਦੋਂ ਤੱਕ ਮੈਨੂੰ ਟੈਂਜੈਂਟ ਇਨਫੋਰਮੇਸ਼ਨ ਨਹੀਂ, ਮੈਨੂੰ ਬਿਲਕੁਲ ਨਹੀਂ ਪਤਾ ਕਿ ਤੀਜੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ ਪੁਆਇੰਟ ਕਿੱਥੇ ਮੌਜੂਦ ਹਨ। ਮੈਨੂੰ ਹਰ ਸਮੇਂ ਟੈਂਜੈਂਟ ਪੁਆਇੰਟ ਅਤੇ ਡੇਟਾ ਟੈਂਜੈਂਟ ਬਾਰੇ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ, ਤਾਂ ਜੋ ਮੈਂ ਕਿਸੇ ਕਰਵ ਵਰਗੀ ਚੀਜ਼ ਨੂੰ ਦਰਸਾਉਣ ਲਈ ਅਗਲੀ ਡਾਇਰੈਕਸ਼ਨ ਵਿੱਚ ਸਵੀਪ ਕਰ ਸਕਾਂ, ਜੋ ਸਰਕਲ ਦੇ ਰੂਪ ਵਿੱਚ ਇੱਕ ਸੁਚਾਰੂ ਢੰਗ ਨਾਲ ਫਿੱਟ ਹੋ ਸਕਦਾ ਹੈ। ਸਾਨੂੰ ਉਸ ਵੀ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ, ਅਤੇ ਨਾਲ ਹੀ ਸਾਨੂੰ ਟੈਂਜੈਂਟ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ, ਤਾਂ ਹੀ ਅਸੀਂ ਇੱਕ ਸਮੂਥ ਡਰਾਅ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ, ਜਿਵੇਂ ਪਹਿਲਾਂ ਅਸੀਂ ਡਰਾਇੰਗ ਸ਼ੀਟਾਂ ਤੇ ਸਮੂਥ ਫ੍ਰੀਹੈਂਡ ਕਰਵਾਂ ਡਰਾਅ ਕਰਨ ਦੀ ਕੋਸ਼ਿਸ਼ ਕਰਦੇ ਸੀ। ਇਹ ਇਸ ਲਈ ਹੈ ਕਿਉਂਕਿ ਸਾਡਾ ਵਿਜ਼ੂਅਲ ਕਹਿੰਦਾ ਹੈ ਕਿ ਇਸ ਪੁਆਇੰਟ ਤੋਂ ਤੁਸੀਂ ਉਸ ਡਾਇਰੈਕਸ਼ਨ ਵਿੱਚ ਜਾਓ, ਪਰ ਕੰਪਿਊਟਰ ਨੂੰ ਤੁਹਾਨੂੰ ਇੰਟੀਗ੍ਰੇਸ਼ਨ ਦੁਆਰਾ ਟੈਂਜੈਂਟ ਕੰਸਟਰਕਟ ਕਰਨਾ, ਅਗਲੇ ਪੁਆਇੰਟ ਤੇ ਜਾਣਾ ਸਿਖਾਉਣਾ ਪੈਂਦਾ ਹੈ। ਇਹ ਯੂਲਰ ਇੰਟੀਗ੍ਰੇਸ਼ਨ ਹੋ ਸਕਦਾ ਹੈ, ਜਿਵੇਂ ਉਹਨਾਂ ਚੀਜ਼ਾਂ ਨੂੰ ਜੋੜਨਾ ਅਤੇ ਇੱਕ ਕਰਵ ਕੰਸਟਰਕਟ ਕਰਨਾ। ਜੇਕਰ ਇਹ ਇੱਕ ਸਰਫੇਸ ਹੈ, ਤਾਂ ਸਾਡੇ ਕੋਲ 2 ਪੈਰਾਮੀਟਰ u ਅਤੇ v ਹੋ ਸਕਦੇ ਹਨ। ਸ਼ਾਇਦ 2 ਡਾਇਰੈਕਸ਼ਨ ਵਿੱਚ ਸਾਡੇ ਕੋਲ ਇਹ ਪੈਰਾਮੀਟਰਿਕ ਵੇਰੀਏਸ਼ਨ u v ਹੋਵੇਗੀ, ਅਤੇ ਸਰਫੇਸ ਤੇ u v y ਦੇ 2 ਪੈਰਾਮੀਟਰ ਦੁਆਰਾ ਦਰਸਾਇਆ ਗਿਆ ਕੋਈ ਵੀ ਡੇਟਾ ਪੁਆਇੰਟ u v z ਦੇ ਫੰਕਸ਼ਨ ਵਜੋਂ ਵੀ ਹੈ ਅਤੇ u v ਦੇ ਫੰਕਸ਼ਨ ਵਜੋਂ ਵੀ ਹੈ, ਅਤੇ ਸਾਨੂੰ ਉਹਨਾਂ ਪੁਆਇੰਟ ਤੇ ਟੈਂਜੈਂਟ ਦਾ ਵਰਣਨ ਕਰਨ ਵਾਲੇ ਪਾਰਸ਼ਲ ਡੈਰੀਵੇਟਿਵਜ਼ ਦੀ ਲੋੜ ਹੁੰਦੀ ਹੈ, ਜਿਵੇਂ ਕਿ ਅਸੀਂ ਇੱਕ ਕਰਵ ਪੁਆਇੰਟ ਅਤੇ ਇੱਕ ਟੈਂਜੈਂਟ ਬਾਰੇ ਕਿਵੇਂ ਗੱਲ ਕੀਤੀ ਹੈ, ਤਾਂ ਜੋ ਮੈਂ ਅਸਲ ਵਿੱਚ ਇੱਕ ਸਰਕਲ ਕੰਸਟਰਕਟ ਕਰ ਸਕਾਂ। ਜੇਕਰ ਮੈਂ ਇੱਕ ਸਰਫੇਸ ਦਾ ਪਹਿਲਾ ਪੁਆਇੰਟ, ਦੂਜਾ ਪੁਆਇੰਟ, ਸ਼ਾਇਦ ਤੀਜਾ ਪੁਆਇੰਟ, ਚੌਥਾ ਪੁਆਇੰਟ ਕੰਸਟਰਕਟ ਕਰਨਾ ਚਾਹੁੰਦਾ ਹਾਂ, ਤਾਂ ਇਹ ਉਹ ਪੁਆਇੰਟ ਹਨ ਜੋ ਸਾਡੇ ਕੋਲ ਹਨ।
ਇੱਕ ਵੇਰੀਏਸ਼ਨ u ਜੋ ਤੁਸੀਂ ਹਮੇਸ਼ਾ ਲਾਈਨਾਂ ਦੁਆਰਾ ਜੋੜ ਸਕਦੇ ਹੋ, ਪਰ ਜੇ ਤੁਸੀਂ ਬਿਹਤਰ ਵਰਣਨ ਚਾਹੁੰਦੇ ਹੋ, ਕੁਦਰਤੀ ਤੌਰ ਤੇ ਤੁਹਾਨੂੰ ਕਰਵ ਨੂੰ ਹੇਠਾਂ ਵੱਲ ਨੂੰ ਲਿਜਾਣ ਲਈ ਤੇ ਵਾਧੂ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ। ਇਸ ਤਰੀਕੇ ਨਾਲ ਕਰਵ ਨੂੰ ਅਪਰਵਰਡ ਡਾਇਰੈਕਸ਼ਨ ਵਿੱਚ ਜਾਣਾ ਪੈਂਦਾ ਹੈ ਅਤੇ ਡਾਊਨਵਰਡ ਡਾਇਰੈਕਸ਼ਨ ਵੱਲ ਨੂੰ ਜਾਣਾ ਪੈਂਦਾ ਹੈ, ਤਾਂ ਅਸਲ ਵਿੱਚ ਤੁਸੀਂ ਉਸ ਤਰੀਕੇ ਨਾਲ ਉਸ ਨੂੰ ਜੋੜਨ ਦੀ ਪੋਜੀਸ਼ਨ ਵਿੱਚ ਹੋਵੋਗੇ। ਇਸ ਕਾਇੰਡ ਦੇ ਪ੍ਰਿੰਸੀਪਲ ਤੁਹਾਨੂੰ ਕੰਪਿਊਟਰ ਨੂੰ ਸਿਖਾਉਣਾ ਪੈਂਦਾ ਹੈ, ਜਿਸ ਦਾ ਮਤਲਬ ਹੈ ਕਿ ਤੁਹਾਨੂੰ ਉਸ ਸਰਫੇਸ ਦੇ ਪਾਰਸ਼ਲ ਡੈਰੀਵੇਟਿਵਜ਼ ਦੀ ਲੋੜ ਹੁੰਦੀ ਹੈ, ਜਿਸ ਬਾਰੇ ਅਸੀਂ u, v ਦੇ p ਦਾ ਵਰਣਨ ਕਰ ਰਹੇ ਹਾਂ। ਤੁਸੀਂ ਇਸ uv ਨੂੰ ਨਵੇਂ ਕੋਆਰਡੀਨੇਟ ਸਿਸਟਮ ਦੇ ਰੂਪ ਵਿੱਚ ਸੋਚ ਸਕਦੇ ਹੋ, ਜਿਸ ਉੱਤੇ ਤੁਸੀਂ ਇੱਕ ਸਰਫੇਸ p ਡਰਾ ਕਰਨ ਜਾ ਰਹੇ ਹੋ, ਜਿੱਥੇ ਤੁਹਾਨੂੰ del p by del u ਅਤੇ del p by del v ਜਾਣਨ ਦੀ ਜ਼ਰੂਰਤ ਹੈ, ਜਾਂ ਤੁਹਾਨੂੰ ਉਹਨਾਂ ਪੁਆਇੰਟਾਂ ਤੇ ਇਵੈਲੂਏਟ ਕਰਨਾ ਪੈਂਦਾ ਹੈ। ਤੁਹਾਡੇ ਕੋਲ 4 ਡਾਟਾ ਪੁਆਇੰਟ ਹੋ ਸਕਦੇ ਹਨ, ਪਰ ਇਹ ਟੈਂਜੈਂਟਸ ਤੁਸੀਂ ਇਹਨਾਂ 4 ਪੁਆਇੰਟਾਂ ਦੇ ਵਿਚਕਾਰ ਵਾਧੂ ਇੰਟਰਪੋਲੇਟ ਹੋਰ 30 ਪੁਆਇੰਟਾਂ ਨੂੰ ਮੈਪ ਕਰਨ ਜਾਂ ਕੰਸਟਰਕਟ ਕਰਨ ਜਾ ਰਹੇ ਹੋ। ਇਸ ਨੂੰ ਦਰਸਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਇਹ ਇਸ ਸਰਫੇਸ ਕੰਸਟਰਕਸ਼ਨ ਦਾ ਪੂਰਾ ਉਦੇਸ਼ ਹੈ। ਕੁਝ ਜ਼ਰੂਰੀ ਇਨਫੋਰਮੇਸ਼ਨ ਜੋ ਕਿਸੇ ਨੂੰ ਅਸਲ ਵਿੱਚ ਪਤਾ ਹੋਣੀ ਚਾਹੀਦੀ ਹੈ, ਉਹ ਟੈਂਜੈਂਟ ਅਤੇ ਨੋਰਮਲ ਬਾਰੇ ਹੈ, ਅਤੇ ਇਸ u ਅਤੇ v ਇਨਫੋਰਮੇਸ਼ਨ ਦੀ ਰੇਂਜ ਕੀ ਹੈ ਜੋ ਕਿਸੇ ਕੋਲ ਹੋ ਸਕਦੀ ਹੈ। ਉਦਾਹਰਨ ਲਈ, ਤੁਹਾਡੀ ਸਪੇਸ 1 ਮੀਟਰ ਤੋਂ 500 ਮੀਟਰ ਤੱਕ ਫੈਲ ਸਕਦੀ ਹੈ, ਪਰ ਜਦੋਂ ਤੁਸੀਂ ਕੰਪਿਊਟਰ ਨੂੰ ਇਹ ਸਿਖਾ ਰਹੇ ਹੋ, ਤਾਂ ਮੋਡਿਊਲ ਜੋ ਤੁਸੀਂ ਵਿਕਸਿਤ ਕਰਦੇ ਹੋ ਜਾਂ ਸ਼ਾਇਦ ਜਿਹੜੇ ਬੈਕਗ੍ਰਾਉਂਡ ਪ੍ਰੋਗਰਾਮ ਵਿਕਸਿਤ ਕਰਦੇ ਹੋ, ਤੁਸੀਂ ਹਮੇਸ਼ਾ ਇਸ ਨੂੰ ਇੱਕ 500 ਤੋਂ ਕੁਝ 01 ਕਿਸਮ ਦੇ ਕੋਆਰਡੀਨੇਟ ਸਿਸਟਮ ਨੂੰ ਨੋਰਮਲਾਈਜ਼ ਕਰਦੇ ਹੋ। ਤੁਸੀਂ ਕੋਈ ਵੀ ਡੇਟਾ ਪੁਆਇੰਟ ਕੰਸਟਰਕਟ ਕਰੋ, ਇਹ 1 ਤੋਂ 500 ਤੋਂ 0 ਤੋਂ 1 ਕਿਸਮ ਦੇ ਸਿਸਟਮ ਤੱਕ ਮੈਪਿੰਗ ਕਰਨ ਵਰਗਾ ਹੈ। ਜਦੋਂ ਤੁਸੀਂ ਇਹ ਕਰਦੇ ਹੋ ਕਿ ਤੁਸੀਂ ਉਸੇ ਸਬਮੋਡਿਊਲ ਜਾਂ ਫੰਕਸ਼ਨ ਦੀ ਬੇਸਿਕ ਸ਼ਰਿੰਗ ਕਰ ਰਹੇ ਹੋ, ਤੁਸੀਂ ਹਰ ਟਾਈਮ ਇਹਨਾਂ ਨੂੰ ਆਪਣੀਆਂ x ਲਿਮਿਟ y ਲਿਮਿਟ ਕਹਿੰਦੇ ਹੋ। ਇਸ ਦੇ ਵਿਚਕਾਰ ਇੱਕ ਕਰਵ ਫਿੱਟ ਕਰੋ ਜਾਂ 0-1 ਦੇ ਵਿਚਕਾਰ ਇੱਕ ਸਰਫੇਸ ਫਿੱਟ ਕਰੋ, ਅਤੇ ਇਸ ਨੂੰ ਦੁਬਾਰਾ 1 ਤੋਂ 500 ਤੱਕ ਰੀਸਕੇਲ ਕਰੋ। ਇਹ ਇਸੇ ਤਰ੍ਹਾਂ ਕੰਮ ਕਰਦਾ ਹੈ। ਜੇਕਰ ਇਹ ਇੱਕ ਸਰਕਲ ਹੈ, ਤਾਂ ਇਸ ਨੂੰ ਵਿੱਚ ਫਿੱਟ ਕਰੋ, ਜਾਂ ਅਸੀਂ ਲੀਨੀਅਰ ਰਿਲੇਸ਼ਨਸ ਦੇ ਰੂਪ ਵਿੱਚ ਅਲਜੈਬਰਿਕ ਰਿਲੇਸ਼ਨਸ ਦੀ ਵਰਤੋਂ ਕਰਾਂਗੇ, ਜਾਂ ਸ਼ਾਇਦ ਅਸੀਂ ਪੋਲੀਨੋਮੀਅਲ ਫੰਕਸ਼ਨਾਂ ਦੀ ਵਰਤੋਂ ਕਰਾਂਗੇ। ਉਦਾਹਰਨ ਲਈ x of u, y of u, z of u ਇੱਕ ਕਰਵ ਹੈ, ਜਿਸ ਪੁਆਇੰਟ ਤੇ ਸਾਡੇ ਕੋਲ ਪੈਰਾਮੀਟ੍ਰਿਕ ਵੇਰੀਏਸ਼ਨ ਹੈ। ਜੇਕਰ ਮੈਂ u ਵਿੱਚ ਇੱਕ ਪੋਲੀਨੋਮੀਅਲ ਨੂੰ ਫਿਕਸ ਕਰਦਾ ਹਾਂ, ਤਾਂ ਕਰਵ p ਪੈਰਾਮੀਟ੍ਰਿਕ ਫਾਰਮ ਵਿੱਚ ਹੈ, ਜਿਸ ਨੂੰ c k ਮਲਟੀਪਲੀਡ ਬਾਏ k ਦੀ ਤਰ੍ਹਾਂ ਲਿਖਿਆ ਜਾ ਸਕਦਾ ਹੈ। ਜ਼ਿਆਦਾਤਰ ਇਸ ਤਰ੍ਹਾਂ ਹੈ। ਇਹਨਾਂ ਸਮੇਸ਼ਨ k ਇਕੁਅਲ 0 ਤੋਂ n ਦਾ ਮਤਲਬ ਹੈ c1 u1 ਪਲਸ c2 u2 ਪਲਸ c3 u3 ਪਲਸ ਅਤੇ ਇਸੇ ਤਰ੍ਹਾਂ ਅੱਗੇ। ਤੁਹਾਡੇ ਕੋਲ ਕਿੰਨੇ ਡੇਟਾ ਪੁਆਇੰਟ ਹਨ ਜਿਨ੍ਹਾਂ ਨਾਲ ਤੁਸੀਂ ਤੁਹਾਡੇ ਟੈਂਜੈਂਟ ਦੇ ਬੇਸ ਤੇ ਕਿਸੇ ਰਿਲੇਸ਼ਨ ਨੂੰ ਡਿਰਾਈਵ ਕਰਨ ਦੀ ਕੋਸ਼ਿਸ਼ ਕਰਦੇ ਹੋ? c1, c2, c3 ਅਤੇ ਹੋਰ ਲਈ ਵਰਤੇ ਜਾਣ ਵਾਲਾ ਵਜ਼ਨ ਕੀ ਹੋ ਸਕਦਾ ਹੈ ਅਤੇ ਕੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ? u1 ਦਾ ਪੁਆਇੰਟ 5 ਟਾਈਮਸ ਭਾਵੇਂ ਉਸ ਜਾਂ ਹੋਰ ਚੀਜ਼ਾਂ ਦਾ ਪੁਆਇੰਟ 1 ਟਾਈਮਸ। ਸਭ ਤੋਂ ਵਧੀਆ ਉਦਾਹਰਨ ਇਹ ਹੈ ਕਿ ਜਦੋਂ ਅਸੀਂ ਫੋਰੀਅਰ ਸੀਰੀਜ਼ ਦੀ ਵਰਤੋਂ ਕਰਕੇ ਸਾਈਨ ਜਾਂ ਕੋਸਾਈਨ ਕਾਇੰਡ ਦੀ ਥਿੰਗ ਦੇ ਟਰਮ ਵਿੱਚ ਇੱਕ ਫੰਕਸ਼ਨ ਨੂੰ ਵਿਕਟਿਤ ਕਰ ਰਹੇ ਹੁੰਦੇ ਹਾਂ, ਤਾਂ ਅਸੀਂ ਹਮੇਸ਼ਾ a0 a1 a2 a3 ਅਤੇ ਹੋਰ ਵੀ b0 b1 b2 b3 ਅਤੇ ਹੋਰ ਵੀ ਵਰਗੀਆਂ ਚੀਜ਼ਾਂ ਲਿਖਦੇ ਹਾਂ, ਅਤੇ ਅਸੀਂ ਇੱਕ ਕਾਇੰਡ ਦੀ ਕੰਡੀਸ਼ਨ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਕੋਲ ਉਪਲਬਧ ਇਨਫੋਰਮੇਸ਼ਨ ਦੇ ਬੇਸ ਤੇ ਉਹ ਫੈਕਟਰ ਕੀ ਹੋਣਾ ਚਾਹੀਦਾ ਹੈ, ਜਿਸ ਨਾਲ a0 a1 a2 ਅਤੇ ਹੋਰ ਵੀ b0 b1 ਅਤੇ ਹੋਰ ਪੁਆਇੰਟ ਬਿਹਤਰ ਢੰਗ ਨਾਲ ਪੜ੍ਹੇ ਜਾਣ। ਆਮ ਤੌਰ ਤੇ ਸਾਈਨ ਕੋਸਾਈਨ ਵਰਗੀ ਇਹ ਫੋਰੀਅਰ ਸੀਰੀਜ਼ ਅਸੀਂ ਪੀਰੀਓਡਿਕ ਕਾਇੰਡ ਦੇ ਫੰਕਸ਼ਨਾਂ ਲਈ ਵਰਤਦੇ ਹਾਂ। ਪਰ ਹੋ ਸਕਦਾ ਹੈ ਕਿ ਇਹ ਡੇਟਾ ਪੁਆਇੰਟ ਪੀਰੀਓਡਿਕ ਫੰਕਸ਼ਨਾਂ ਦੀ ਪਾਲਣਾ ਨਾ ਕਰਨ। ਉਸ ਕੇਸ ਵਿੱਚ ਪੋਲੀਨੋਮੀਅਲ ਐਕਸਪੈਂਸ਼ਨ ਦੁਆਰਾ ਇਸ ਕੋਰਸ ਦਾ ਅਨੁਮਾਨ ਲਗਾਉਣ ਦਾ ਤਰੀਕਾ ਸਭ ਤੋਂ ਵਧੀਆ ਹੈ, ਅਤੇ ਅਸੀਂ ਕੁਝ ਖਾਸ ਕਾਇੰਡ ਦੇ ਵਜ਼ਨ ਨੂੰ ਵੱਧ ਤੋਂ ਵੱਧ ਘਟਾਉਂਦੇ ਹਾਂ ਤਾਂ ਜੋ ਅਸੀਂ ਧਿਆਨ ਨਾਲ ਐਡਜਸਟ ਕਰ ਸਕੀਏ ਕਿ ਕੰਪਿਊਟਰ ਦੁਆਰਾ ਪ੍ਰੋਗਰਾਮਾਂ ਰਾਹੀਂ ਸਭ ਕੁਝ ਕੀਤਾ ਜਾਂਦਾ ਹੈ।
ਅਤੇ ਅੰਤ ਵਿੱਚ ਇਹ ਇਹਨਾਂ ਡੇਟਾ ਪੁਆਇੰਟਾਂ ਦੇ ਨਾਲ-ਨਾਲ ਇੱਕ ਸਮੂਥ ਕਰਵ ਕੰਸਟਰਕਟ ਕਰਦਾ ਹੈ। ਸਿਮਿਲਰਲੀ ਜੇਕਰ ਤੁਸੀਂ ਸਰਫੇਸ ਨੂੰ ਕੰਸਟਰਕਟ ਕਰਦੇ ਹੋ, ਤਾਂ ਇਸ ਪੋਲੀਨੋਮੀਅਲ ਐਕਸਪੈਂਸ਼ਨ ਨੂੰ ਅਸੀਂ ਸਿਰਫ ਇੱਕ ਡਾਇਮੈਂਸ਼ਨ ਵਿੱਚ ਹੀ ਨਹੀਂ ਕਰਾਂਗੇ, ਜਿਵੇਂ ਕਿ x, ਪਰ ਅਸੀਂ ਸ਼ਾਇਦ ਇਸ ਨੂੰ xy ਡਾਇਰੈਕਸ਼ਨ ਵਿੱਚ ਕਰਨ ਜਾ ਰਹੇ ਹਾਂ। ਸਾਡੀਆਂ uv ਪੈਰਾਮੀਟ੍ਰਿਕ ਵੇਰੀਏਸ਼ਨ ਸਰਫੇਸ ਉਸ ਨੂੰ ਧਿਆਨ ਨਾਲ ਦੇਖ ਰਹੀਆਂ ਹਨ ਕਿ ਪੋਲੀਨੋਮੀਅਲ ਸਰਫੇਸ P ਇਸ ਸਪੇਸ ਵਿੱਚ ਤੁਹਾਡੇ xyz ਪੁਆਇੰਟਾਂ ਦੇ ਸੰਬੰਧ ਵਿੱਚ uv ਦੇ ਇੱਕ ਫੰਕਸ਼ਨ ਦੇ ਟਰਮ ਵਿੱਚ ਦਰਸਾਇਆ ਗਿਆ ਹੈ। ਜਿਹੜੇ ਵੀ ਵੱਖਰੇ ਪੁਆਇੰਟ ਸਾਡੇ ਕੋਲ ਹਨ, ਉਹਨਾਂ ਵਿੱਚ ਡਬਲ ਸਮੇਸ਼ਨ ਦੀਆਂ ਸ਼ਰਤਾਂ ਅਨੁਸਾਰ ਐਕਸਪੈਂਡਡ ਕੀਤਾ ਜਾ ਸਕਦਾ ਹੈ। i ਤੇ ਸਮੇਸ਼ਨ k ਤੇ ਸਮੇਸ਼ਨ ਜ਼ਿਆਦਾ ਹੈ। ਅਸੀਂ ਇੱਕ ਪ੍ਰੋਗਰਾਮ ਲਿਖ ਰਹੇ ਹਾਂ i equal to 1 to r for i equal to 0 to m minus data point for j equal to 0 n minus data points i, k multiplied by parametric ur phi multiplied by v of k ਦੇ ਕਿਸੇ ਫੰਕਸ਼ਨ c ਦਾ ਮੁਲਾਂਕਣ ਕਰੋ। ਇਸ ਤਰ੍ਹਾਂ ਅਸੀਂ ਇਸ ਦਾ ਵਿਸਤਾਰ ਕਰਦੇ ਹਾਂ ਅਤੇ ci ਇਨਫੋਰਮੇਸ਼ਨ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ik ਕਾਇੰਡ ਦੀ ਇਨਫੋਰਮੇਸ਼ਨ ਦੇ ਬੇਸ ਤੇ ਮੈਨੂੰ ਕਿੰਨੇ ਡੇਟਾ ਪੁਆਇੰਟ ਚਾਹੀਦੇ ਹੋਣਗੇ ਤਾਂ ਕਿ ਮੈਂ ਇੱਕ ਸਰਫੇਸ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂ। ਇਸ ਸਰਫੇਸ ਕੰਸਟਰਕਸ਼ਨ ਲਈ ਕੁਝ ਮਹੱਤਵਪੂਰਨ ਕੰਸੈਪਟ, ਸੈਗਮੈਂਟ ਅਤੇ ਪੈਚਾਂ ਲਈ ਜੋੜੇ ਹੋਏ ਪੁਆਇੰਟ ਹਨ। ਜਾਂ ਤਾਂ ਤੁਸੀਂ ਇੱਕ ਪੁਆਇੰਟ ਨੂੰ ਦੂਜੇ ਪੁਆਇੰਟ ਨਾਲ ਜੋੜਦੇ ਹੋ ਜਾਂ ਅਸੀਂ ਪੈਚਾਂ ਦੁਆਰਾ ਕਰਾਂਗੇ। ਮਿਨੀਮਮ ਡੇਟਾ ਪੁਆਇੰਟ ਜੋ ਸਾਡੇ ਕੋਲ ਹਨ, ਅਸੀਂ ਉਹਨਾਂ ਨੂੰ ਕੰਟਰੋਲ ਪੈਰਾਮੀਟਰਸ ਵਾਂਗ ਵਰਤਾਂਗੇ, ਜਿਵੇਂ ਕਿ ਅਪ ਅਤੇ ਡਾਊਨ ਕਾਇੰਡ ਦੀਆਂ ਥਿੰਗਸ ਬਣਾਉਣ ਲਈ। ਅਤੇ ਸਾਨੂੰ ਟਾਈਮ ਟੈਂਜੈਂਟ ਬਾਰੇ ਕੁਝ ਚਾਹੀਦਾ ਹੈ, ਉਹਨਾਂ ਦੀ ਸਮੂਥਨੈਸ ਲਈ ਵੀ। ਉਸ ਇਨਫੋਰਮੇਸ਼ਨ ਦੇ ਬੇਸ ਤੇ ਅਸੀਂ ਇੰਟਰਪੋਲੇਸ਼ਨਾਂ ਦਾ ਵਰਣਨ ਕਰਨ ਲਈ ਫੰਕਸ਼ਨਾਂ ਨੂੰ ਮਿਲਾਵਾਂਗੇ। ਅਤੇ ਹਮੇਸ਼ਾ ਅਸੀਂ ਪਹਿਲਾਂ ਕਰਵ ਕੰਸਟਰਕਟ ਕਰਾਂਗੇ ਅਤੇ ਫਿਰ ਸਰਫੇਸ ਵੱਲ ਜਾਵਾਂਗੇ। ਕੋਈ ਵੀ ਸੌਫਟਵੇਅਰ ਜੋ ਅਸੀਂ ਵਰਤਦੇ ਹਾਂ, ਉਸ ਵਿੱਚ ਹਮੇਸ਼ਾ ਇਸ ਕਾਇੰਡ ਦੇ ਸਟੇਪ ਬਾਏ ਸਟੇਪ ਇੰਟਰਪੋਲੇਸ਼ਨ ਸ਼ਾਮਲ ਹੁੰਦੇ ਹਨ। ਅਗਲੀ ਕਲਾਸ ਵਿੱਚ ਅਸੀਂ ਇਹਨਾਂ ਵੱਖਰੀ ਕਾਇੰਡ ਦੇ ਸਰਫੇਸ, ਜਿਵੇਂ ਕਿ ਹਰਮਾਈਟ ਬੀਜ਼ੀਅਰ ਅਤੇ ਹੋਰ ਸਰਫੇਸ ਬਾਰੇ ਵਿਸਥਾਰ ਵਿੱਚ ਜਾਣਾਂਗੇ। ਧੰਨਵਾਦ।